ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਅਗਲਾ ਪਾਰਟ ਪੰਜਾਬ ਜੀਕੇ ਦਾ। ਓਕੇ ਜੀ, ਪੰਜਾਬ ਜੀਕੇ ਦਾ ਅਗਲਾ ਪਾਰਟ ਅੱਜ ਆਪਣਾ ਸ਼ੁਰੂ ਹੋ ਚੁੱਕਿਆ ਅਤੇ ਭਾਈ ਸਾਰੇ ਕਰ ਲਓ, ਠੀਕ ਹੈ। ਅਤੇ ਤੁਹਾਨੂੰ ਪਤਾ ਕਿ ਬਾਕੀ ਪੇਪਰ ਦੀ ਭਾਈ ਸਿਲੇਬਸ ਆ ਗਿਆ ਸਾਰਾ। ਓਕੇ ਜੀ, ਅਤੇ ਉਹਦੀ ਵੀ ਉਸ ਹਿਸਾਬ 'ਤੇ ਆਪਾਂ ਦੇਖੋ ਇਹਨਾਂ ਨੇ ਕੰਬਾਈਨ ਕਰਤੀ। ਇਹਨਾਂ ਨੇ ਕੀ ਕੀਤਾ ਕਿ ਜਿਵੇਂ ਹੁਣ ਪਟਵਾਰੀਆਂ ਦੇ ਵਿੱਚ ਸਿਸਟਮ ਸੀ, ਪਟਵਾਰੀਆਂ ਦੇ ਵਿੱਚ ਕੀ ਸਿਸਟਮ ਸੀ ਇਹਨਾਂ ਨੇ, ਉਹਦੇ ਵਿੱਚ ਇਹ ਸਿਸਟਮ ਸੀ ਬੱਚੋ ਪਟਵਾਰੀਆਂ ਦੇ ਵਿੱਚ ਇਹਨਾਂ ਨੇ 10 ਨੰਬਰ ਦੀ ਜੀਕੇ ਪੰਜਾਬ ਦੀ ਅਲੱਗ ਕਰਤੀ ਸੀ ਅਤੇ 20 ਨੰਬਰਾਂ ਦੀ ਦੂਸਰੀ ਜੀਕੇ ਆਪਣੀ ਜਿਹੜੀ ਹਿਸਟਰੀ ਜੋਗਰਾਫੀ ਆ ਹੋ ਗਿਆ ਸਾਰਾ ਕਰੰਟ ਅਫੇਅਰ ਉਹ ਅਲੱਗ ਕਰਤਾ ਸੀ, ਠੀਕ ਹੈ। ਪਰ ਕਿ ਇਹਨਾਂ ਨੇ ਇੱਕ ਪੋਰਸ਼ਨ ਹੀ ਕਰਤਾ। ਇੱਕ ਪੋਰਸ਼ਨ ਦੇ ਹਿਸਾਬ 'ਤੇ ਮੈਂ ਇਹ ਮੰਨਦਾ ਕਿ 10 ਨੰਬਰ ਦੇ ਪੰਜਾਬ ਜੀਕੇ ਪੇਪਰ ਦੇ ਵਿੱਚ ਆਉਣ ਦੇ ਫੁੱਲ ਚਾਂਸ ਨੇ, ਠੀਕ ਹੈ ਜੀ। ਤਾਂ ਕਰਕੇ ਆਪਾਂ ਸਾਰੀਆਂ ਇਹ ਮੂਵਮੈਂਟਾਂ ਅਤੇ ਲੀਡਰ ਆ ਜਿਹੜੇ ਮੂਵਮੈਂਟ ਆ ਸਾਰੀਆਂ ਯਾਦ ਕਰਦੇ ਹਾਂ, ਠੀਕ ਹੈ ਜੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਭਾਈ ਮੇਰੀ ਇੱਕ ਕਿ ਵੀਡੀਓ ਲਾਈਕ ਕਰੋ ਪਹਿਲਾਂ ਤਾਂ, ਠੀਕ ਹੈ। ਲਾਈਕ ਕਰਕੇ ਅੱਗੇ ਜਾਇਆ ਕਰੋ, ਇਹੀ ਆਪਣੀ ਫੀਸ ਹੈ, ਕਿਉਂਕਿ ਇਹਦੇ ਨਾਲ ਹੋਰ ਬੱਚਿਆਂ ਕੋਲ ਵੀਡੀਓ ਆਪਣੀ ਪਹੁੰਚ ਸਕਦੀ ਹੈ। ਓਕੇ ਜੀ, ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਗੁਜਰਾਂਵਾਲਾ, ਠੀਕ ਹੈ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ। ਉੱਥੇ ਕੀ ਹੋਇਆ ਸੀ? ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ। ਪਿਤਾ ਜੀ ਦਾ ਕੀ ਨਾਮ ਸੀ? ਇਹਨਾਂ ਦਾ ਮਹਾਂ ਸਿੰਘ, ਅਤੇ ਮਾਤਾ ਦਾ ਨਾਮ ਕੀ ਸੀ? ਰਾਜ ਕੌਰ, ਠੀਕ ਹੈ ਜੀ। ਜਿਹੜਾ ਮਹਾਂ ਸਿੰਘ ਸੀ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸੀ। ਉਹ ਮਿਸਲਾਂ ਹੁੰਦੀਆਂ ਸੀ ਬੱਚਿਓ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਜਿਹੜੀ ਰਾਜ ਕੌਰ ਸੀ ਨਾ, ਇਹ ਰਾਜਾ ਗਜਾਪਤ ਜਿੰਦ ਦੀ ਪੁੱਤਰੀ ਸੀ। ਓਕੇ ਜੀ। ਮਦਰ ਇਨ ਲਾ ਦਾ ਮਤਲਬ ਕੀ ਨਾ, ਸੱਸ ਕਿਹੜੀ ਸੀ ਇਹਨਾਂ ਦੀ? ਸੱਸ ਹੈਗੀ ਸੀ ਇਹਨਾਂ ਦੀ ਆਪਣੀ ਸਦਾ ਕੌਰ। ਓਕੇ ਜੀ। ਅਤੇ ਫਸਟ ਕਿੰਗ ਆਫ ਸਿੱਖ ਅੰਪਾਇਰ, ਜਿਹੜੇ ਸਿੱਖ ਅੰਪਾਇਰ ਆਪਣੇ ਪਹਿਲੇ ਸਿੱਖ ਅੰਪਾਇਰ ਕੌਣ ਸੀ? ਉਹ ਸੀ ਮਹਾਰਾਜਾ ਰਣਜੀਤ ਸਿੰਘ, ਜਿਹਨੂੰ ਰਾਜਾ ਕਿਹਾ ਜਾਂਦਾ ਹੈਗਾ, ਸਿੱਖ ਅੰਪਾਇਰ ਦਾ ਰਾਜਾ, ਠੀਕ ਹੈ। ਮਹਾਰਾਜਾ ਟਾਈਟਲ ਦਿੱਤਾ ਗਿਆ ਸੀ ਇਹਨੂੰ। ਮਹਾਰਾਜਾ ਟਾਈਟਲ ਦਾ ਕਿਦੋਂ ਦਿੱਤਾ ਗਿਆ ਸੀ ਬੱਚੇ? ਇਹਨੂੰ ਦਿੱਤਾ ਗਿਆ ਸੀ 12 ਅਪ੍ਰੈਲ 1821 ਈਸਵੀ ਦੇ ਵਿੱਚ। ਇਹਨਾਂ ਨੂੰ ਕੀ ਕਰਿਆ ਗਿਆ ਸੀ ਬੱਚਿਓ? ਟਾਈਟਲ ਦਿੱਤਾ ਗਿਆ ਸੀ। ਕਾਹਦਾ ਟਾਈਟਲ ਦਿੱਤਾ ਗਿਆ ਸੀ ਇਹਨਾਂ ਨੂੰ? ਟਾਈਟਲ ਆਫ ਮਹਾਰਾਜਾ। ਮਹਾਰਾਜਾ ਟਾਈਟਲ ਇਹਨਾਂ ਨੂੰ 12 ਅਪ੍ਰੈਲ 1801 ਦੇ ਵਿੱਚ ਦਿੱਤਾ ਗਿਆ ਸੀ। ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ? ਆਪਾਂ ਪੜ੍ਹ ਕੇ ਕਹਿੰਦੇ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਸੀ। ਓਕੇ ਜੀ। ਇਹ ਸੰਧੀ ਕਿਹਦੇ ਵਿਚਕਾਰ ਹੋਈ ਸੀ? ਮੈਟਕੋਫ ਅਤੇ ਰਣਜੀਤ ਸਿੰਘ ਜੀ ਦੇ ਵਿਚਕਾਰ। ਓਕੇ ਜੀ, ਠੀਕ ਹੈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਡਿਫੀਟਡ ਜ਼ਮੀਨ ਖਾਂ ਦੁਰਗਾਨੀ ਇਨ ਦਾ ਬੈਟਲ ਆਫ ਅੰਮ੍ਰਿਤਸਰ। ਦੇਖੋ 1797 ਈਸਵੀ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਦੀ ਜਿੱਤ ਪ੍ਰਾਪਤ ਕੀਤੀ। ਸਭ ਤੋਂ ਪਹਿਲੀ ਇਹਨਾਂ ਦੀ ਜਿੱਤ ਕਿਹੜੀ ਹੈ? ਅੰਮ੍ਰਿਤਸਰ ਦੀ ਜਿੱਤ ਆ ਬੱਚੋ, ਜਿਹੜੀ ਇਹਨਾਂ ਨੇ ਹਰਾਇਆ ਸੀ ਕਿਹਨੂੰ? ਜਮਨ ਸ਼ਾਹ ਦੁਰਾਨੀ ਨੂੰ ਹਰਾਇਆ ਸੀ 1797 ਦੇ ਵਿੱਚ, ਠੀਕ ਹੈ ਜੀ। 1780 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅਤੇ 1739 ਦੇ ਵਿੱਚ ਇਹ ਜੋਤੀ ਜੋਤ ਸਮਾ ਗਏ ਸੀ, ਠੀਕ ਹੈ ਜੀ। 1780, 1739, 1809, 1797 ਇਹਨਾਂ ਦੇ ਜੀਵਨ ਦੇ ਮਹੱਤਵਪੂਰਨ ਪੜਾਅ ਨੇ, ਠੀਕ ਹੈ ਜੀ। 1797 ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਜਿੱਤਾ ਸੀ। 1880 ਦੇ ਵਿੱਚ ਜਨਮ ਹੋਇਆ ਸੀ। 1809 ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਦੀ ਸੰਧੀ ਕਰੀ ਸੀ ਅਤੇ 1739 ਦੇ ਵਿੱਚ ਇਹਨਾਂ ਦੀ 1839 ਦੇ ਵਿੱਚ 1839 ਦੇ ਵਿੱਚ ਇਹਨਾਂ ਦੀ ਕੀ ਹੋ ਗਈ ਸੀ? ਜੋਤੀ ਜੋਤ ਸਮਾ ਗਈ ਸੀ। ਓਕੇ ਜੀ। ਇਸ ਤੋਂ ਬਾਅਦ ਬੈਟਲ ਆਫ ਗੁਜਰਾਤ। ਬੈਟਲ ਆਫ ਗੁਜਰਾਤ ਕਦੋਂ ਹੋਈ ਸੀ? ਇਹ ਵੀ 1897 ਦੇ ਵਿੱਚ ਹੀ ਹੋਈ ਸੀ। ਪਟੀਸ਼ਨ ਡੇਟ ਆ ਸਕਦੀ, ਡੇਟ ਤੋਂ ਐਜ ਡ ਪਟੀਸ਼ਨ ਆ ਸਕਦਾ ਹੈਗਾ। ਓਕੇ ਜੀ। ਇਸ ਤੋਂ ਬਾਅਦ ਬੈਟਲ ਆਫ ਅੰਮ੍ਰਿਤਸਰ, ਇਹ ਤੁਹਾਨੂੰ ਦੱਸ ਕੇ ਗਿਆ ਮੈਂ। ਬੈਟਲ ਆਫ ਅੰਮ੍ਰਿਤਸਰ 1798 ਈਸਵੀ ਦੇ ਵਿੱਚ ਹੋਈ ਸੀ, ਠੀਕ ਹੈ ਜੀ। ਹਰਾਇਆ ਸੀ ਨੇ 1797 ਦੇ ਵਿੱਚ, ਐਂਡ ਜਿੱਤੀ ਹੋਈ ਸੀ ਮਹੀਨੇ ਦੇ, ਅਤੇ ਤਾਂ ਕਰਕੇ ਦੇਖੋ ਆਪਣਾ। ਇਸ ਤੋਂ ਬਾਅਦ ਗੱਲ ਆ ਗਈ ਮਿਸਲਾਂ। ਆਹ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਹੈ ਬੱਚੋ, ਸਭ ਤੋਂ ਮਹੱਤਵਪੂਰਨ ਟੋਪਿਕ ਹੈ ਇਹ। ਲਿਸਟ ਆਫ ਮਿਸਲਾਂ ਆਪਣੇ ਕੋਲ ਕਿੰਨੀਆਂ ਮਿਸਲਾਂ ਸੀ? 12 ਮਿਸਲਾਂ ਵੀ ਕਹਿੰਦੇ, 13 ਵੀ, ਪਰ ਆਪਾਂ ਰਿਕਾਰਡ ਦੇ ਹਿਸਾਬ 'ਤੇ ਸਿਰਫ 12 ਮਿਸਲਾਂ ਦੀ ਗੱਲ ਹੀ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਮਿਸਲਾਂ ਦੇ ਸਰਦਾਰ ਸੀ, ਪ੍ਰਸ਼ਨ ਡਾਇਰੈਕਟ ਆ ਸਕਦਾ ਕਿ ਆਲੂ ਵਾਲੀ ਮਿਸਲ ਦਾ ਪ੍ਰਧਾਨ ਕੌਣ ਸੀ? ਭੰਗੀ ਮਿਸਲ ਕੌਣ ਸੀ? ਡੱਲੇਵਾਲ ਮਿਸਲ ਦਾ ਕੌਣ ਸੀ? ਦੇਖੋ ਆਲੂ ਵਾਲੀ ਦਾ ਤੁਸੀਂ ਡਾਇਰੈਕਟ ਹੀ ਨਾਮ ਯਾਦ ਕਰ ਲਿਓ, ਜੱਸਾ ਸਿੰਘ ਆਲੂ ਵਾਲੀ ਆ। ਓਕੇ। ਦੇਖੋ ਭੰਗੀ ਮਿਸਲ ਨੂੰ ਕਿਵੇਂ ਯਾਦ ਕਰੋਗੇ? ਤੁਹਾਨੂੰ ਟ੍ਰਿਕ ਦੱਸਦਾ। ਜਿਹੜੀ ਭੰਗ ਵਿੱਚ ਲੋਕ ਭੰਗ ਪੀਂਦੇ ਹੁੰਦੇ ਆ, ਠੀਕ ਹੈ। ਜਿਵੇਂ ਹੁਣ ਹਿੰਦੂ ਧਰਮ ਦੇ ਲੋਕ ਆ, ਜਦੋਂ ਹੋਲੀ ਹੁੰਦੀ ਉਹ ਭੰਗ ਬਣਾ ਕੇ ਪੀਂਦੇ ਆ, ਹੈ ਨਾ। ਤਾਂ ਭੰਗ ਕਿਹੜੇ ਰੰਗ ਦੀ ਹੁੰਦੀ ਹੈ ਬੱਚੋ? ਹਰੇ ਰੰਗ ਦੀ ਭੰਗ ਹੁੰਦੀ ਹੈ। ਤਾਂ ਯਾਦ ਕਰ ਲਿਓ ਭੰਗੀ ਮਿਸਲ ਕੌਣ ਸੀ? ਹਰੀ ਸਿੰਘ। ਛੱਜਾ ਸਿੰਘ ਦਾ ਨਾਮ ਬਹੁਤ ਘੱਟ ਆਉਂਦਾ, ਹਰੀ ਸਿੰਘ ਦਾ ਨਾਂ ਹੀ ਮੇਨ ਪੁੱਛਿਆ ਜਾਂਦਾ। ਇਸ ਤੋਂ ਬਾਅਦ ਆ ਗਿਆ ਡੱਲੇਵਾਲੀਆ, ਠੀਕ ਹੈ। ਜਿਹੜਾ ਗੁਲਾਬ ਲੱਗਦਾ ਹੁੰਦਾ ਬੱਚੋ, ਗੁਲਾਬ ਕਿਤੇ ਲੱਗਦਾ? ਡਾਲੀ 'ਤੇ ਲੱਗਦਾ। ਗੁਲਾਬ ਕਾਹਤੇ ਲੱਗਦਾ? ਡਾਲੀ 'ਤੇ ਲੱਗਦਾ। ਇਸ ਤਰ੍ਹਾਂ ਯਾਦ ਕਰ ਲਿਓ। ਇਸ ਤੋਂ ਬਾਅਦ ਆ ਗਿਆ ਸ਼ੁਕਰ ਚੱਕੀਆ। ਸ਼ੁਕਰ ਚੱਕੀਆ ਦਾ ਕੌਣ ਸੀ ਬੱਚੋ? ਸ਼ੁਕਰ ਚੱਕੀਆ ਤੋਂ ਚਤਰ, ਠੀਕ ਹੈ। ਸ਼ੁਕਰ ਚੱਕੀਆ ਦਾ ਕੌਣ ਸੀ? ਚਤਰ। ਅਤੇ ਬਾਬਾ ਦੀਪ ਸਿੰਘ ਸੀ ਜਿਹੜੇ, ਠੀਕ ਹੈ। ਬਾਬਾ ਦੀਪ ਸਿੰਘ ਬਾਰੇ ਤੁਸੀਂ ਜਾਣਦੇ ਹੋਵੋਗੇ, ਆਪਣਾ ਧੜ ਸਿਰ ਹੱਥ 'ਤੇ ਰੱਖ ਕੇ ਜੰਗ ਲੜੇ ਸੀ ਕਿੰਨੇ ਕਿਲੋਮੀਟਰ ਤੱਕ। ਕਿਹੜੀ ਮਿਸਲ ਦੇ ਸੀ? ਬਹੁਤ ਅਨੋਖੀ ਸ਼ਹੀਦੀ ਪ੍ਰਾਪਤ ਕੀਤੀ ਸੀ ਇਹਨਾਂ ਨੇ। ਇਹ ਹੈਗੀ ਸੀ ਸ਼ਹੀਦ ਮਿਸਲ ਦੇ।
ਇਸ ਤੋਂ ਬਾਅਦ ਇਹ ਰਾਮਗੜੀਆ ਮਿਸਲ ਦੇ ਕੌਣ ਸੀ? ਰਾਮਗੜੀਆ ਮਿਸਲ ਦੇ ਹੈਗੇ ਸੀ ਬੱਚੋ ਜੱਸਾ ਸਿੰਘ। ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆਂ ਮਿਸਲ ਦੇ ਸੀ, ਤੇ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਮਿਸਲ ਦੇ ਸੀ। ਨਾਲ ਕੌਣ ਸੀ ਇਹਨਾਂ ਦੇ? ਜਾਂ ਆਨੰਦ ਸਿੰਘ ਲਿਖ ਦਿਓ ਜੇ ਦੋਨੋਂ 'ਚ ਇੱਕ ਆਪਸ਼ਨ ਆ ਗਈ। ਇਸ ਤੋਂ ਬਾਅਦ ਆ ਗਿਆ ਨਿਸ਼ਾਨ ਵਾਲੀਆ। ਜਿੱਥੇ ਕਿਤੇ ਵੀ ਆਪਾਂ ਨੂੰ ਕੋਈ ਨਿਸ਼ਾਨ ਮਿਲਦਾ ਉਹ ਦੂਰੋਂ ਦਿਸਣ ਲੱਗ ਜਾਂਦਾ ਹੈ, ਟ੍ਰਿਕ ਨਾਲ ਯਾਦ ਕਰ ਲਿਓ। ਜਿਹੜਾ ਨਿਸ਼ਾਨ ਆ ਆਪਾਂ ਨੂੰ ਦੂਰੋਂ ਦਿਸਣ ਲੱਗ ਜਾਂਦਾ ਤਾਂ ਕੌਣ ਆ? ਨਿਸ਼ਾਨ ਵਾਲੀਆ ਦਾ ਹੈਗਾ ਸੀ ਦਸੌਂਧਾ ਸਿੰਘ। ਫੂਲਕੀਆ ਮਿਸ਼ਨ ਦਾ ਕੌਣ ਸੀ? ਫੂਲਕੀਆ ਮਿਸਲ ਦਾ ਕੌਣ ਸੀ? ਚੌਧਰੀ ਪੌਲ, ਠੀਕ ਹੈ, ਪੌਲ ਫੂਲ। ਇਸ ਤੋਂ ਬਾਅਦ ਫੈਜ਼ਲਪੁਰੀਆ ਦਾ ਕੌਣ ਸੀ ਬੱਚਿਓ? ਫੈਜ਼ਲਪੁਰੀਆ ਮਿਸਲ ਦਾ ਕੌਣ ਸੀ ਪ੍ਰਧਾਨ? ਨਵਾਬ ਕਪੂਰ ਸਿੰਘ। ਓਕੇ ਜੀ। ਤੇ ਕਾਣੀਆ ਮਿਸਲ ਦਾ ਕੌਣ ਸੀ? ਜੈ ਸਿੰਘ ਕਾਣੀਆ। ਕਰੋੜਾ ਦਾ ਕੌਣ ਸੀ? ਕਰੋੜਾ ਸਿੰਘ। ਨਕਈ ਦਾ ਕੌਣ ਸੀ? ਹੀਰਾ ਸਿੰਘ। ਦੇਖੋ ਅੱਧੇ ਨਾਮ ਤਾਂ ਇਹਦੇ ਨਾਮ ਤੋਂ ਯਾਦ ਹੋ ਜਾਣਗੇ, ਜਿਵੇਂ ਤੁਹਾਨੂੰ ਕਾਣੀਆਂ ਹੋ ਗਿਆ, ਕਰੋੜਾ ਹੋ ਗਿਆ, ਇਹ ਆਪਣਾ ਰਾਮਗੜੀਆ ਹੋ ਗਿਆ। ਦੁਬਾਰਾ ਇੱਕ ਵਾਰੀ ਫਿਰ ਆਪਾਂ ਰਿਵੀਜ਼ਨ ਕਰ ਲੈਂਦੇ ਹਾਂ। ਆਲੂ ਵਾਲੀਆ ਦਾ ਜੱਸਾ ਸਿੰਘ, ਆਲੂ ਵਾਲੀਆ ਭੰਗੀ ਦਾ ਹਰੀ ਸਿੰਘ, ਦੱਲੇ ਵਾਲਾ ਗੁਲਾਬ ਸਿੰਘ, ਸ਼ੁਕਰ ਚੱਕੀਆ ਚਿੱਤਰ ਸਿੰਘ, ਸ਼ਹੀਦ ਬਾਬਾ ਦੀਪ ਸਿੰਘ। ਰਾਮਗੜੀਆ ਜੱਸਾ ਸਿੰਘ, ਰਾਮਗੜੀਆ ਨਿਸ਼ਾਨ ਸਿੰਘ ਦਸੌਂਧਾ, ਫੂਲਕੀਆ ਪੌਲ, ਫੈਜ਼ਲਪੁਰੀਆ ਕਪੂਰ, ਕਾਣੀਆ ਜੈ ਸਿੰਘ, ਕਰੋੜਾ ਨਕਈ ਹੀਰਾ। ਓਕੇ ਜੀ, ਯਾਦ ਹੋ ਗਏ ਨਾ? ਬਸ ਇਹ ਤੁਸੀਂ ਮਿਸਲਾਂ 12 ਦੀਆਂ 12 ਚੰਗੀ ਤਰ੍ਹਾਂ ਯਾਦ ਕਰ ਲਿਓ ਬੱਚੋ। ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਚੀਜ਼ ਸਾਡੀ ਛੋਟੇ ਜਿਹੇ ਪੇਪਰ ਦੇ ਵਿੱਚ ਜਾ ਕੇ। ਓਕੇ। ਇਸ ਤੋਂ ਬਾਅਦ ਭਾਈ ਆ ਗਿਆ ਸਭ ਤੋਂ ਜ਼ਿਆਦਾ ਮਹੱਤਵਪੂਰਨ ਟੌਪਿਕ ਹੈ ਇਹਦਾ। ਇੰਸੀਡੈਂਟ ਦਾ ਨਾਮ ਹੁੰਦਾ ਕਿ ਪੁਰਾਣੇ ਨਾਮ ਦੱਸੋ ਰੀਵਰਾਂ ਦੇ। ਸਤਲੁਜ ਦਾ ਪੁਰਾਣਾ ਨਾਮ ਬੱਚੋ ਕੀ ਸੀ? ਸਲੂਤਰੀ। ਸਤਲੁਜ ਦਾ ਪੁਰਾਣਾ ਨਾਮ ਕੀ ਸੀ? ਸਲੂਤਰੀ। ਪੁੱਛਿਆ ਜਾਂਦਾ ਕਿ ਇਹਦਾ ਪੁਰਾਣਾ ਨਾਮ ਕੀ ਸੀ? ਬਿਆਸ ਦਾ ਕੀ ਸੀ ਬੱਚੋ? ਵਿਪਾਸ਼। ਰਾਵੀ ਦਾ ਕੀ ਸੀ? ਪਰਸ਼ਟਿਨੀ। ਚਨਾਬ ਦਾ ਕੀ ਸੀ? ਅਸਕਿਨੀ। ਜਹਿਲਮ ਦਾ ਕੀ ਸੀ? ਬਿਤਾਸਾ। ਇੰਦਸ ਨੂੰ ਕੀ ਕਹਿੰਦੇ ਆ? ਸੰਧੂ। ਸਰਸਵਤੀ ਨੂੰ ਸ਼ਰੂਤੀ। ਓਕੇ ਜੀ। ਦੇਖੋ ਇਹ ਤਾਂ ਟ੍ਰਿਕ ਦੱਸਦਾ ਯਾਦ ਕਰਨ ਦੀ। ਆਹ ਤਾਂ ਸੇਮ ਹੀ ਆ ਗਿਆ, ਸਤਲੁਜ ਅਤੇ ਸਲੂਤਰੀ, ਠੀਕ ਹੈ। ਬਿਆਸ ਅਤੇ ਵਿਪਾਸ਼ ਇਹ ਵੀ ਜੁੜਦੇ ਆ, ਠੀਕ ਹੈ। ਅਤੇ ਰਾਵੀ ਤੋਂ ਪਰਸ਼ਕਿਨੀ। ਇਸ ਤੋਂ ਬਾਅਦ ਹੈਗਾ ਚਨਾਬ। ਜਦੋਂ ਵੀ ਕੋਈ ਆਪਾਂ ਕਹਿੰਦੇ ਕਿਸੇ ਕੁੜੀ ਦਾ ਕੋਈ ਪੁਰਾਣੇ ਟਾਈਮ ਦੇ ਵਿੱਚ ਜਦੋਂ ਕੋਈ ਚੰਨ ਆਉਂਦਾ ਹੁੰਦਾ ਸੀ ਉਹਦਾ, ਠੀਕ ਹੈ, ਜਾਂ ਜਦੋਂ ਚੰਨ ਨਿਕਲਦਾ ਕੁੜੀਆਂ ਵਰਤ ਰੱਖਦੀਆਂ, ਠੀਕ ਹੈ। ਜਦੋਂ ਚੰਨ ਨਿਕਲਦਾ ਤਾਂ ਚੰਨ ਮੂਹਰੇ ਉਹ ਵਰਤ ਵਾਲੇ ਨੇ ਪੂਰੀ ਸਕੀਨੀ ਲਾ ਕੇ ਆਉਂਦੀਆਂ, ਤਾਂ ਇਹ ਯਾਦ ਕਰ ਲਓ ਆ ਸਕੀਨੀ। ਚਨਾਬ ਦਾ ਕੀ ਸੀ? ਅਸਕੀਨੀ। ਜਹਿਲਮ ਬਿਤਾਸਤਾ। ਇੰਦਸ ਸਿੰਧੂ। ਸਰਸਵਤੀ। ਇਹਦੇ ਵਿੱਚ ਆਪਰੇਸ਼ਨ ਆਉਣ ਦੇ ਬੱਚੋਂ ਫੁੱਲ ਚਾਂਸ ਨੇ। ਮੈਂ ਸਿਰਫ ਉਹੀ ਚੀਜ਼ਾਂ ਲਿਖ ਜਾਂਦਾ ਜਿਹੜੀਆਂ ਪੇਪਰ ਪੁਆਇੰਟ ਆਫ ਵਿਊ ਤੋਂ ਮਹੱਤਵਪੂਰਨ ਨੇ। ਜ਼ਿਆਦਾ ਫਾਲਤੂ ਚੀਜ਼ਾਂ ਪੜ੍ਹਾਉਣ ਦੇ ਵਿੱਚ ਮੈਂ ਕਦੇ ਵਿਸ਼ਵਾਸ ਨਹੀਂ ਕਰਦਾ। ਓਕੇ। ਅਤੇ ਭਾਈ ਲੈਕਚਰ ਲਾ ਲਓ ਹੁਣ, ਕੰਮ ਖਿੱਚ ਲਓ ਪੁੱਤਰੋ। ਜਿਹੜੇ ਬੱਚੇ ਪਹਿਲਾਂ ਢਿੱਲੇ ਚੱਲੀ ਜਾਂਦੇ ਸੀ, ਮੈਨੂੰ ਪਤਾ ਹੈਗਾ ਸਬਸਕ੍ਰਾਈਬ ਤਾਂ ਤੁਸੀਂ ਕਰੀ ਬੈਠੋ 21,000 ਦੇ ਨੇੜੇ ਹੈ, ਅਤੇ ਦੇਖਣ ਵਾਲੀ ਵੀਡੀਓ ਦੇ ਵੱਧੋ ਵੱਧ ਵਿਊ 4-5 ਹਜ਼ਾਰ ਆਉਂਦੇ। ਮੈਨੂੰ ਵਿਊਆਂ ਦੀ ਕੋਈ ਟੈਨਸ਼ਨ ਨਹੀਂ ਹੈਗੀ, ਮੈਨੂੰ ਕੋਈ ਚੱਕਰ ਨਹੀਂ ਵਿਊਆਂ ਦਾ, ਭਾਵੇਂ ਤੁਸੀਂ ਨਾ ਦੇਖੋ, ਠੀਕ ਹੈ। ਚੱਕਰ ਇਹ ਪੈਂਦਾ ਗਾ ਕਿ ਤੁਸੀਂ ਸਾਰੇ ਬੱਚੇ ਐਕਟਿਵ ਹੋ ਜਾਓ। ਅੱਧੇ ਦਾ ਪਤਾ ਕੀ ਹਿਸਾਬ ਕਿਤਾਬ ਹੁੰਦਾ ਹੈਗਾ, ਮੈਂ ਜਾਣਦਾ ਅੱਧੇ ਬੱਚੇ ਨੇ ਇਹ ਹਿਸਾਬ ਕਿਤਾਬ ਹੁੰਦਾ ਕਿ ਜਦੋਂ ਪੇਪਰ ਆ ਗਿਆ ਉਹ ਪੜ੍ਹ ਲਾਂਗੇ। ਪੇਪਰ ਜਦੋਂ ਬੱਚੋਂ ਨੇੜੇ ਆ ਜਾਂਦਾ ਨਾ, ਉਦੋਂ ਸਾਰਾ ਕੱਚ ਕਚੋਲਾ ਪੈ ਜਾਂਦਾ, ਉਦੋਂ ਕੁਛ ਨਹੀਂ ਪਤਾ ਲੱਗਦਾ ਕੀ ਛੱਡੀਏ ਕੀ ਕਰੀਏ। ਹੁਣ ਜਿਹੜੇ ਬੱਚੇ ਰੈਗੂਲਰ ਜੁੜੇ ਹੋਏ ਸੀ ਮੇਰੇ ਨਾਲ, ਦੇਖੋ ਜਿਹੜੇ ਬੱਚੇ ਰੈਗੂਲਰ ਜੁੜੇ ਹੋਏ ਸੀ ਉਹਨਾਂ ਨੂੰ ਰੇਸ਼ੋ ਕਈ ਕਰਨੀ ਸਭ ਤੋਂ ਸੌਖੀ ਹੋ ਜੂਗੀ। ਕਿਉਂ ਸੌਖੀ ਹੋ ਜੂਗੀ? ਕਿਉਂਕਿ ਨੰਬਰ ਸਿਸਟਮ ਤਾਂ ਉਹ ਨਵੇੜੀ ਬੈਠੇ ਆ, ਠੀਕ ਹੈ। ਡਿਵੀਜ਼ੀਬਿਲਟੀ ਰੂਲ ਨੰਬਰ ਸਿਸਟਮ ਦੇ ਵਿੱਚ ਹੀ ਆ ਜਾਂਦਾ, LCM ਦੇ ਵਿੱਚ ਆ ਜਾਂਦਾ, ਉਹ ਵੀ ਸਾਰਾ ਨਵੇੜੀ ਬੈਠਿਆ। ਰੇਸ਼ੋ ਰਹੇਗੀ। ਰੇਸ਼ੋ ਦਾ ਆਹ ਨਹੀਂ ਉਹਨਾਂ ਨੂੰ ਆਹ ਚੀਜ਼ਾਂ ਕਰਕੇ, ਜੇ ਆਪਾਂ ਆਹ ਚੀਜ਼ਾਂ ਨਾ ਕਰਦੇ ਤਾਂ ਰੇਸ਼ੋ ਸਿੱਧੀ ਹੋਣੀ ਨਹੀਂ ਸੀ। ਆਹ ਚੀਜ਼ ਆਪਣੀ ਕੰਪਲੀਟ ਆ, ਰੇਸ਼ੋ ਆਪਾਂ ਕਰਤੀ। ਰੀਜਨ ਦਾ ਸਿਲੇਬਸ ਵੀ ਕੁਦਰਤੀ ਆਪਣਾ ਸਾਰਾ ਕੰਪਲੀਟ ਹੋ ਗਿਆ। ਦੇਖੋ ਰੀਜਨ ਵੀ ਕੰਪਲੀਟ ਹੋ ਗਈ, ਕਰੰਟ ਅਫੇਅਰ ਆਪਣੇ ਕੰਪਲੀਟ ਹੋ ਜਾਣਾ, ਪੰਜਾਬ GK ਵੀ ਕੰਪਲੀਟ ਕਰ ਦਾਂਗੇ, ਕੰਪਿਊਟਰ ਸ਼ੁਰੂ ਕਰੀ ਬੈਠੇ ਆ। ਆਪਣਾ ਕੰਮ ਦਾ ਕੋਈ ਬਾਹਲਾ ਚੱਕਰ ਵਾਲੀ 1-1.5 ਮਹੀਨੇ ਦੇ ਵਿੱਚ ਆਪਾਂ ਸਾਰਾ ਕੰਮ ਨਿਬੇੜ ਦੇਣਾ ਗਾ, ਠੀਕ ਹੈ। ਇਹਦੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ। ਜਿਹੜੇ ਬੱਚੇ ਭਾਈ ਅੱਜ ਸ਼ੁਰੂ ਕਰਨਗੇ, ਹਜੇ ਵੀ ਮੌਕਾ ਹੈਗਾ ਉਹਨਾਂ ਕੋਲ। ਅੱਜ ਮੌਕਾ ਹੈਗਾ, ਅੱਜ ਤੋਂ 3 ਦਿਨਾਂ ਦੇ ਵਿੱਚ ਜੇ ਤੁਸੀਂ ਸ਼ੁਰੂ ਕਰ ਸਕਦੇ ਹੋ ਕਰ ਲਓ, ਨਹੀਂ ਚੁੱਪ ਕਰਕੇ ਘਰੇ ਬਹਿ ਜਾਓ ਆਪਦਾ। ਜਿਹਦੇ ਕੋਲ ਜ਼ਮੀਨ ਆ ਭਾਈ ਉਹ ਆਪਦੀ ਖੇਤੀ ਕਰਨ ਲੱਗ ਜਾਓ, ਜਿਹਦੇ ਕੋਲ ਜ਼ਮੀਨ ਹੈ ਨਹੀਂ ਟਿਫਨ ਚੁੱਕ ਕੇ ਦਿਹਾੜੀ 'ਤੇ ਜਾਇਆ ਕਰੋ। ਫਿਰ ਇਹ ਗੱਲਾਂ ਕਹਿਣੀਆਂ ਪੈਂਦੀਆਂ ਹੁੰਦੀਆਂ ਤੁਹਾਨੂੰ। ਇਸ ਤੋਂ ਬਾਅਦ ਦੇਖੋ ਬੱਚੋ, ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਹੈਗਾ ਕਿ ਸੋਸ਼ਲ ਰਿਫੋਰਮ ਮੂਵਮੈਂਟ ਵੀ ਦੱਸਣੀਆਂ ਪੰਜਾਬ ਦੀਆਂ। ਤੁਸੀਂ ਦੇਖਿਓ ਉਹਦੇ ਵਿੱਚ ਆਹ ਚੀਜ਼ ਦਿੱਤੀ ਹੋਈ ਹੈ। ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਮੈਂ ਸਾਰੀਆਂ ਚੀਜ਼ਾਂ ਮੈਂ ਪੇਪਰ ਦੇ ਵਿੱਚ, ਮੈਂ ਤੁਹਾਨੂੰ ਕਿਹਾ ਸੀ ਨਾ ਪੇਪਰ ਦੇ ਵਿੱਚ ਕੋਈ ਸਿਲੇਬਸ ਨਹੀਂ ਆਉਣਾ, ਉਹ ਜਿਹੜਾ ਵੀ ਸਿਲੇਬਸ ਆਊਗਾ ਆਪਣੇ ਪੇਪਰ ਦੇ ਵਿੱਚੋਂ ਹੀ ਆਊਗਾ। ਦੇਖੋ ਆਹ ਚੀਜ਼ ਮੈਂ ਦੇਖੋ ਅੱਜ ਕੱਢੀ ਹੈ ਨਾ, ਇਹ ਤੁਹਾਨੂੰ ਪਹਿਲਾਂ ਟਾਈਪ ਕਰੀ ਬੈਠਾ ਸੀ ਮੈਂ ਪਹਿਲਾਂ, ਦੇਖੋ ਤੁਸੀਂ ਕੱਢ ਕੇ ਅੱਜ ਕੱਲ੍ਹ ਜਿਹੜੇ ਪੇਪਰ ਆ ਉਹਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਸੋਸ਼ਲ ਰਿਫੋਰਮ ਮੂਵਮੈਂਟ ਇਨ ਪੰਜਾਬ। ਸਭ ਤੋਂ ਪਹਿਲੀ ਗੱਲ ਬੱਚੋ ਆ ਗਈ ਨਿਰਾਕਾਰੀ ਮੂਵਮੈਂਟ ਚਲਾਈ ਸੀ। ਨਿਰਾਕਾਰੀ ਮੂਵਮੈਂਟ ਕਿਹਨੇ ਚਲਾਈ ਸੀ? ਕਿੱਥੋਂ ਚੱਲੀ ਸੀ ਇਹ? ਰਾਵਲਪਿੰਡੀ ਤੋਂ। ਕਿਹਨੇ ਚਲਾਈ ਸੀ? ਫਾਊਂਡਰ ਕੌਣ ਸੀ ਬੱਚੋ? ਫਾਊਂਡਰ ਦਾ ਹੈਗਾ ਸੀਗਾ ਦਿਆਲ ਸਿੰਘ। ਫਾਊਂਡਰ ਦਾ ਮਤਲਬ ਹੁੰਦਾ ਬੱਚੋ ਕਿ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ, ਕੌਣ ਲੈ ਕੇ ਆਇਆ ਸੀ ਇਹਨੂੰ? ਜਿਵੇਂ ਆ ਮੇਰਾ ਚੈਨਲ ਹੈਗਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ, ਠੀਕ ਹੈ। ਅਤੇ ਇਹਦਾ ਬੱਚੋ ਜਿਹੜਾ ਫਾਊਂਡਰ ਆ ਉਹ ਮੈਂ ਹੈਗਾ, ਗਗਨਦੀਪ ਸਿੰਘ ਭੁੱਲਰ,
ठीक है, ਇਹਦਾ ਫਾਊਂਡਰ ਮੈਂ ਹੈਗਾ। ਤੇ ਅੱਗੇ ਜਾ ਕੇ ਠੀਕ ਹੈ ਮੈਨੂੰ ਕਿਸੇ ਤਰ੍ਹਾਂ ਕੋਈ ਕੰਮ ਪੈ ਸਕਦਾ ਕਿ ਮੈਂ ਕਿਸੇ ਹੋਰ ਨੂੰ ਇਹ ਆਪਦਾ ਚੈਨਲ ਦੇ ਦਾਂ, ਠੀਕ ਹੈ, ਉਹ ਅੱਗੇ ਨੂੰ ਸਕਸੀਸ ਕਰੇ ਅਤੇ ਵਧੀਆ ਚਲਾਉਂਦਾ ਰਹੇ ਐਂਡ ਤੱਕ, ਤਾਂ ਉਹ ਹੋ ਜਾਂਦਾ ਬੰਦਾ ਜਿਹੜਾ ਇਹਨੂੰ ਅੱਗੇ ਲੈ ਕੇ ਗਿਆ ਹੈਗਾ। ਠੀਕ ਹੈ, ਉਵੇਂ ਜਿਵੇਂ ਨਿਰਾਕਾਰੀ ਮੂਵਮੈਂਟ ਸੀ ਬੱਚੀ ਜਿਹੜੀ, ਇਹ ਰਾਵਲਪਿੰਡੀ ਤੋਂ ਸ਼ੁਰੂ ਹੋਈ ਸੀ, ਕਿਹਨੇ ਚਲਾਈ ਸੀ? ਦਿਆਲ ਸਿੰਘ ਨੇ ਚਲਾਈ ਸੀ। ਅਤੇ ਸਕਸੈਸਰ ਕੌਣ ਸੀ ਅੱਗੇ, ਕੌਣ ਲੈ ਕੇ ਗਿਆ ਸੀ ਇਹਨੂੰ? ਦਰਬਾਰ ਸਿੰਘ ਜਾਂ ਦਰਬਾਰਾ ਸਿੰਘ। ਇਸ ਤੋਂ ਬਾਅਦ ਨਾਮਧਾਰੀ ਮੂਵਮੈਂਟ, ਠੀਕ ਹੈ, ਨਾਮਧਾਰੀ ਮੂਵਮੈਂਟ ਨੂੰ ਹੀ ਕੂਕਾ ਮੂਵਮੈਂਟ ਕਹਿ ਦਿੰਦੇ ਆ ਬੱਚੋ। ਓਕੇ ਜੀ, ਨਾਮਧਾਰੀ ਮੂਵਮੈਂਟ ਨੂੰ ਕੂਕਾ ਮੂਵਮੈਂਟ ਕਹਿੰਦੇ ਹੁੰਦੇ। ਦੇਖੋ ਇਹਦਾ ਫਾਊਂਡਰ ਕੌਣ ਸੀ? ਅੱਧੇ ਬੱਚੇ ਕਹਿਣਗੇ ਰਾਮ ਸਿੰਘ ਸੀ। ਬੱਚੋ ਇੱਥੇ ਆਪਣੀ ਗਲਤੀ ਹੁੰਦੀ ਹੈ, ਇੱਥੇ ਪੇਪਰ ਵਾਲੇ ਨੇ ਨੰਬਰ ਬਣਾਉਣੇ ਹੁੰਦੇ ਆ ਆਪਦੇ, ਪੇਪਰ ਵਾਲੇ ਨੇ ਇੱਥੇ ਆਪਣੇ ਗਲਤ ਕਰਾਉਣੇ ਹੁੰਦੇ ਆ ਆਪਰੇਸ਼ਨ। ਕਿਵੇਂ ਗਲਤ ਕਰਾਉਣੇ ਹੁੰਦੇ ਆ ਬੱਚੇ? ਉਹਨੇ ਆਪਾਂ ਬਾਲਕ ਸਿੰਘ ਤਾਂ ਪੜ੍ਹ ਕੇ ਗਏ ਨਹੀਂ ਸੀ ਅੱਜ ਤੱਕ, ਆਪਾਂ ਸ਼ੁਰੂ ਤੋਂ MCQ ਪੜ੍ਹਿਆ ਡਾਇਰੈਕਟ, ਜਿਹੜਾ ਤੁਹਾਨੂੰ ਪਤਾ ਕਿ ਸੌਖਾ ਕੰਮ ਤੁਸੀਂ ਸਮਝ ਲਓ ਕਿ ਥਿਊਰੀ ਨਾ ਕਰਾਓ, ਸਿਰਫ MCQ ਕਰ ਲਓ। ਪੇਪਰ ਦੇ ਸਿਲੇਬਸ ਕਵਰ ਕਰਨ ਦੇ 2 ਮੈਥਡ ਹੁੰਦੇ ਆ, ਇੱਕ ਥਿਊਰੀ ਪਲੱਸ MCQ। ਜਿਹੜੇ ਬੱਚੇ ਨੇ ਆਹ ਦੋਨੇ ਚੀਜ਼ਾਂ ਨਾਲ ਨਾਲ ਕਰੀਆਂ ਉਹਦਾ ਸਿਲੇਬਸ 101% ਕੰਪਲੀਟ ਹੁੰਦਾ ਹੈ। ਵਿੱਚ ਬੱਚੇ ਹੁੰਦੇ ਆ ਸਿੱਧੇ MCQ 'ਤੇ ਜ਼ੋਰ ਲਾ ਦਿੰਦੇ ਆ, ਵਿਚਲੀ ਗੱਲ ਪਤਾ ਨਹੀਂ ਹੁੰਦੀ, ਉਹ ਸਿਰਫ ਰੱਟੇ ਵਾਲਾ ਕੰਮ ਹੁੰਦਾ। ਠੀਕ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਫਾਊਂਡਰ ਕੌਣ ਸੀ, ਤਾਂ ਉਹਨਾਂ ਨੇ ਪੁੱਛ ਲਿਆ ਕਿ ਇਹਦੀ ਫਾਊਂਡਰ ਕੌਣ ਹੈ ਜਾਂ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ। ਫਿਰ ਤਾਂ ਬਾਲਕ ਸਿੰਘ ਜੀ ਨੇ ਪੁੱਛਿਆ ਕਿ ਇਹਨੂੰ ਅੱਗੇ ਸਭ ਤੋਂ ਮਹੱਤਵਪੂਰਨ ਸ਼ਾਸਕ ਕਿਹੜਾ ਰਿਹਾ ਹੈਗਾ ਨਾਮਧਾਰੀ ਮੂਵਮੈਂਟ ਦਾ, ਜਿਹੜੇ ਨੇ ਮੂਵਮੈਂਟ ਨੂੰ ਵਧੀਆ ਢੰਗ ਨਾਲ ਅੱਗੇ ਤੱਕ ਚਲਾਇਆ, ਤਾਂ ਉਹ ਆਊਗਾ ਰਾਮ ਸਿੰਘ। ਇਹ ਗੱਲ ਹੁਣ ਬਈ ਹੁਣ ਤੁਹਾਡੇ 'ਤੇ ਰਹੇਗੀ। ਇਸ ਤੋਂ ਬਾਅਦ ਆ ਗਿਆ ਰਾਧਾ ਸੁਆਮੀ। ਰਾਧਾ ਸੁਆਮੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ। ਰਾਧਾ ਸੁਆਮੀ ਸਟਾਰਟਡ ਕਿੱਥੋਂ ਹੋਈ ਸੀ ਮੂਵਮੈਂਟ? ਆਗਰਾ ਤੋਂ। ਫਾਊਂਡਰ ਕੌਣ ਸੀ ਦਾ ਬੱਚੋ? ਸ਼ਿਵ ਦਿਆਲ ਸਿੰਘ, ਆਲਸੋ ਕਾਲਡੇਸ ਸੁਆਮੀ ਜੀ ਮਹਾਰਾਜ ਕਿਹਾ ਜਾਂਦਾ ਸੀ ਇਹਨਾਂ ਨੂੰ। ਇਸ ਤੋਂ ਬਾਅਦ ਆਪਣੀ ਆ ਗਈ ਬੱਚੋ ਸਿੰਘ ਸਭਾ ਮੂਵਮੈਂਟ। ਕਿਹਦੇ ਵਿਰੁੱਧ ਸੀ ਇਹ? ਜਿਹੜੇ ਉਹ ਨੇ ਈਸਾਈ ਧਰਮ ਦੇ ਮਿਸ਼ਨਰੀ ਸੀ, ਜਿਹੜੇ ਈਸਾਈ ਧਰਮ ਨੂੰ ਜ਼ਿਆਦਾ ਪ੍ਰਮੋਟ ਕਰਦੇ ਸੀ, ਉਹਨਾਂ ਦੇ ਵਿਰੁੱਧ ਇਹ ਬਣਾਈ ਸੀ, ਕਿਉਂਕਿ ਉਹ ਧਰਮ ਬਦਲਾਉਣ ਦੀ ਖਾਤਰ ਅੰਗਰੇਜ਼ਾਂ ਨੇ ਆਪਣੇ ਈਸਾਈ ਮਿਸ਼ਨਰੀਆਂ ਦੇ ਕੀ ਬਣਾਤੇ? ਕਾਲਜ ਸਥਾਪਿਤ ਕਰਦੇ ਸੀ ਕਿ ਲੋਕ ਵੱਧ ਤੋਂ ਵੱਧ ਇਹ ਧਰਮ ਵੱਲ ਪ੍ਰਭਾਵਿਤ ਹੋਣ ਅਤੇ ਧਰਮ ਨੂੰ ਅਪਣਾਉਣ। ਓਕੇ ਜੀ, ਇਸ ਤੋਂ ਬਾਅਦ ਆਪਣੀ ਜਿਹੜੀ ਫਸਟ ਮਾਡਰਨ ਮੂਵਮੈਂਟ ਸੀ ਉਹ ਕਿਹੜੀ ਹੈ ਬੱਚਿਓ? ਇਸ ਸਿੰਘ ਸਭਾ ਮੂਵਮੈਂਟ ਯਾਦ ਕਰ ਲਓ। ਕਿਹਦੇ ਵਿਰੁੱਧ ਹੋਈ ਸੀ? ਇਹਨਾਂ ਦੇ ਵਿਰੁੱਧ ਹੋਈ ਸੀ। ਦੇਖੋ ਇਹਦੇ ਵਿੱਚ ਪਾਰਟ ਕਿਹੜੇ ਕਿਹੜੇ ਆ ਗਏ? ਸਭ ਤੋਂ ਪਹਿਲਾਂ ਸਟਰਗਲ ਆਫ ਫਰੀਡਮ। ਸਟਰਗਲ ਆਫ ਫਰੀਡਮ ਕੀ ਸੀ ਬੱਚਿਓ? ਸਟਰਗਲ ਆਫ ਫਰੀਡਮ ਕੀ ਆਜ਼ਾਦੀ ਵਾਸਤੇ ਆਪਾਂ ਕੀ ਲੜਾਈਆਂ ਲੜੀਆਂ? ਸਭ ਤੋਂ ਪਹਿਲਾਂ ਜੀ ਕਾਂਗਮਾ ਟਾਰੂ ਮਾਰੂ। ਠੀਕ ਹੈ, ਇਹ ਘਟਨਾ 1914 ਦੇ ਵਿੱਚ ਵਾਪਰੀ ਸੀ। ਓਕੇ ਜੀ, ਯਾਦ ਰੱਖਣਾ ਕਿ 9 ਜੈਨ 1915 ਦਾ ਗਾਂਧੀ ਜੀ ਆਪਣੀ ਇੰਡੀਆ ਦੇ ਵਿੱਚ ਐਂਟਰ ਕਰ ਗਏ ਸੀ, ਜਿਹਦੇ ਨਾਂ 'ਤੇ ਪ੍ਰਵਾਸੀ ਡੇ ਮਨਾਇਆ ਜਾਂਦਾ। ਦੇਖੋ ਇਹ ਦਿਵਸ ਬਾਈ ਜਿਹੜੀ ਬਣਾਈ ਗਈ ਸੀ, ਤੁਸੀਂ ਆਪਾਂ ਸ਼ੁਰੂ ਦੇ ਵਿੱਚ 5ਵੀਂ 6ਵੀਂ ਦੇ ਵਿੱਚ ਇੱਕ ਬੁੱਕ ਦੇ ਵਿੱਚ ਵੀ ਕਾਮਗਾ ਟਾਰੂ ਜਹਾਜ਼ ਦੀ ਘਟਨਾ ਸੀ। ਠੀਕ ਹੈ, ਇੱਕ ਸ਼ਿਪ ਸੀ ਬੱਚਿਓ। ਇਹ ਕੀ ਸੀ? ਇੱਕ ਸ਼ਿਪ ਸੀ। ਇਹ ਸ਼ਿਪ ਦਾ ਹੈੱਡ ਕੌਣ ਸੀ? ਇਹ ਸ਼ਿਪ ਦਾ ਹੈੱਡ ਹੈਗਾ ਸੀ ਆਪਣਾ ਗੁਰਦਿੱਤ ਸਿੰਘ, ਜਿਹੜਾ ਕਿ ਸਿੱਖ ਬਿਜ਼ਨਸਮੈਨ ਸੀ। ਕਿੱਥੋਂ ਦਾ ਸੀ? ਬਿਜ਼ਨਸਮੈਨ ਸੀ ਸਿੰਗਾਪੁਰ ਦਾ। ਠੀਕ ਹੈ, ਇੱਕ ਸ਼ਿਪ 'ਤੇ ਬਾਈ ਸ਼ਿਪ ਲੈ ਕੇ ਗਈ ਸੀ, ਸ਼ਿਪ ਦਾ ਨਾਂ ਸੀ ਕਾਮਗਾ ਟਾਰਾ ਮਾਰੂ। ਇਹ ਸ਼ਿਪ ਦੇ ਵਿੱਚ 376 ਇੰਡੀਅਨ ਸੀ। ਠੀਕ ਹੈ, 376 ਇੰਡੀਅਨ ਸੀ ਭਾਈ। ਇਹ ਜੇ 376 ਇਹ ਗਿਣਤੀ ਪੁੱਛ ਲੈਂਦੇ ਕਿ ਜਿਹੜੀ ਕਿਸ਼ਤੀ ਸੀ ਕਾਂਗਮਾ ਟਾਰੂ, ਇਹਦੇ ਵਿੱਚ ਕਿੰਨੇ ਇੰਡੀਅਨ ਸੀ? ਇਹਦੇ ਵਿੱਚ 376 ਇੰਡੀਅਨ ਸੀ ਬੱਚਿਓ। ਅਤੇ ਇਹ ਸਾਰੇ ਪੰਜਾਬੀ ਸੀ ਜਿਹੜੇ ਕੈਨੇਡਾ ਵੱਲ ਜਾ ਰਹੇ ਸੀ। ਪਰ ਕੀ ਹੋਇਆ? ਦਾ ਸ਼ਿਪ ਇਨਵਰਕਡ ਫਰੋਮ ਦਾ ਹਾਂਗਕਾਂਗ ਬਿਫੋਰ ਅਰਾਈਵਿੰਗ ਟੂ ਕੈਨੇਡਾ। ਇਹ ਜਦੋਂ ਕੈਨੇਡਾ ਪਹੁੰਚੀ ਬੱਚੋ, ਕੈਨੇਡਾ ਦੀ ਜਿਹੜੀ ਸਰਕਾਰ ਸੀ, ਗੋਰੇ ਸਰਕਾਰ, ਉਹਨਾਂ ਨੇ ਕੈਨੇਡਾ ਦੇ ਵਿੱਚ ਇਹ ਸ਼ਿਪ ਉਤਰ ਨਹੀਂ ਦਿੱਤੀ, ਉਹਨਾਂ ਨੇ ਵਿਦਰੋਹ ਕਰਨ ਲੱਗ ਗਏ, ਅਤੇ ਜਿਹਦੇ ਕਰਕੇ ਗੁਰਦਿੱਤ ਸਿੰਘ ਨੂੰ ਉਹ ਮਤਲਬ ਦੁਖੀ ਹੋ ਕੇ ਇਹਨਾਂ ਨੂੰ ਵਾਪਸ ਜਾਣਾ ਪੈ ਗਿਆ। ਅਤੇ ਫਿਰ ਇਹ ਕਿੱਥੇ ਪਹੁੰਚੀ ਸੀ? ਕੈਨੇਡਾ ਜਾਣ ਦੀ ਬਜਾਏ ਇਹ ਇਹਨਾਂ ਨੇ ਤਾਰ ਲਈ ਜਾ ਕੇ ਹਾਂਗਕਾਂਗ ਉਤਰੇ ਸੀ। ਠੀਕ ਹੈ, ਇਹ ਘਟਨਾ ਹੈਗੀ ਜਿਹੜੀ ਕਾਮਗਾ ਟਾਰੂ ਦੀ ਘਟਨਾ ਹੈਗੀ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਈ ਗਦਰ ਮੂਵਮੈਂਟ। ਦੇਖੋ ਜਿਹਦੀ ਗਦਰ ਮੂਵਮੈਂਟ ਆ ਬੱਚਿਓ, ਗਦਰ ਮੂਵਮੈਂਟ ਇਜ਼ ਨੇਮ ਵੀਕਲੀ ਨਿਊਜ਼ਪੇਪਰ ਗਦਰ ਨਾਂ ਦਾ ਇੱਕ ਨਿਊਜ਼ਪੇਪਰ ਵੀ ਆਉਂਦਾ ਸੀ, ਜਿਹੜਾ ਪਬਲਿਸ਼ ਕੀਤਾ ਜਾਂਦਾ ਸੀ ਹਿੰਦੀ, ਪੰਜਾਬੀ, ਮਰਾਠੀ ਅਤੇ ਉਰਦੂ ਲੈਂਗੁਏਜ ਦੇ ਵਿੱਚ। ਅਤੇ ਇਹ ਅਖਬਾਰ ਸੀ ਬੱਚੋ ਸਭ ਤੋਂ ਪਹਿਲਾਂ ਗਦਰ। ਇਹਦਾ ਚੀਫ ਐਡੀਟਰ ਕੌਣ ਸੀ? ਲਾਲਾ ਹਰਦਿਆਲ ਸੀ ਬੱਚੋ। ਲੀਡਰ ਕਿਹੜੇ ਕਿਹੜੇ ਸੀ ਗਦਰ ਮੂਵਮੈਂਟ ਦੇ? ਸੋਹਣ ਸਿੰਘ ਭਕਨਾ। ਦੇਖੋ ਅੱਧੀਆਂ ਬੁੱਕਸ ਦੇ ਵਿੱਚ ਤਾਂ ਜਿਹੜਾ ਲੀਡਰ ਹੈ ਉਹ ਲਾਲਾ ਹਰਦਿਆਲ ਸਿੰਘ ਨੂੰ ਮੰਨਦੇ ਆ, ਜੇ ਆਪਾਂ ਗੂਗਲ 'ਤੇ ਸਰਚ ਕਰਦੇ ਹਾਂ ਸੋਹਣ ਸਿੰਘ ਭਕਨਾ ਨੂੰ ਮੰਨਦੇ ਆ, ਤਾਂ ਜੇ ਪੰਜਾਬ ਦੀ ਗੱਲ ਹੁੰਦੀ ਤਾਂ ਆਪਾਂ ਲਾਲਾ ਹਰਦਿਆਲ ਸਿੰਘ ਹੀ ਲਾਵਾਂਗੇ ਬੱਚੋ। ਠੀਕ ਹੈ, ਅਤੇ ਇਸ ਤੋਂ ਬਾਅਦ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਇਹ ਸਾਰੇ ਕੀ ਸੀ ਬੱਚਿਓ? ਇਹ ਆਪਣੇ ਇਹਦੇ ਮੂਵਮੈਂਟ ਦੇ ਗਦਰ ਮੂਵਮੈਂਟ ਦੇ ਲੀਡਰ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਸਟਾਰਟ ਕਿੱਥੋਂ ਕੀਤੀ ਸੀ? ਇਹ ਮੂਵਮੈਂਟ ਸਟਾਰਟ ਕਿੱਥੋਂ ਕੀਤੀ ਗਈ ਸੀ? ਇਹ ਕੀਤੀ ਗਈ ਸੀ ਸਾਨ ਫਰਾਂਸਿਸਕੋ, ਕਿੱਥੋਂ? ਅਮਰੀਕਾ ਦੇ ਵਿੱਚ। ਓਕੇ ਜੀ, ਇੱਥੋਂ ਤੱਕ ਸਾਰਾ ਕੁਛ ਕਲੀਅਰ ਹੋ ਗਿਆ। ਲਾਲਾ ਹਰਦਿਆਲ ਸੀ ਚੀਫ ਐਡੀਟਰ, ਅਖਬਾਰ ਸੀ ਬੱਚੋ ਸਭ ਤੋਂ ਪਹਿਲਾਂ ਇੱਕ। ਇਸ ਤੋਂ ਬਾਅਦ ਗੱਲ ਆ ਗਈ ਬੱਚੋ ਜਲ੍ਹਿਆਂਵਾਲੇ ਬਾਗ ਦੀ ਘਟਨਾ। ਇਹ ਸਾਨੂੰ ਪਤਾ ਹੀ ਹੈਗੀ। ਜਲ੍ਹਿਆਂਵਾਲੇ ਬਾਗ ਦੀ ਘਟਨਾ ਕਦੋਂ ਹੋਈ ਸੀ? 13 ਅਪ੍ਰੈਲ
1919 ਦੇ ਵਿੱਚ ਇਨਵੋਲਵ 100 ਲੋਕਾਂ ਨੂੰ ਮਾਰਤਾ ਸੀ, ਠੀਕ ਹੈ। ਸ਼ੂਟਿੰਗ ਦਾ ਆਰਡਰ ਕਿਹਨੇ ਦਿੱਤਾ ਸੀ? ਜਨਰਲ ਓਡਾਇਰ ਨੇ, ਠੀਕ ਹੈ। ਅਤੇ ਮਾਰਿਆ ਕਿਹਨੇ ਸੀ? ਇਹ ਜਨਰਲ ਡਾਇਰ ਨੇ ਤਾਂ ਸ਼ੂਟ ਕੀਤਾ ਸੀ, ਠੀਕ ਹੈ। ਸ਼ੂਟਿੰਗ ਵਾਜ ਆਰਡਰ ਜਨਰਲ ਡਾਇਰ ਨੇ ਤਾਂ ਗੋਲੀ ਚਲਾਈ ਸੀ। ਮਾਈਕਲ ਓਡਾਇਰ ਨੇ ਕੀ ਕਰਿਆ ਸੀ? ਹੁਕਮ ਦਿੱਤਾ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਆ ਗਈ ਸ਼ਹੀਦ ਊਧਮ ਸਿੰਘ ਜੀ ਦੀ। ਆਪਣੀ ਸ਼ਹੀਦ ਊਧਮ ਸਿੰਘ ਜੀ ਬਾਰੇ ਆਪਾਂ ਗੱਲ ਕਰਾਂਗੇ ਅੱਜ ਆਪਾਂ। ਸ਼ਹੀਦ ਊਧਮ ਸਿੰਘ, ਮਾਈਕਲ ਓਡਾਇਰ ਨੂੰ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ, ਠੀਕ ਹੈ, ਜਿਹਨੇ ਕੀ ਆਰਡਰ ਦਿੱਤਾ ਸੀ ਗੋਲੀ ਚਲਾਉਣ ਦਾ। ਜਨਰਲ ਡਾਇਰ ਨੇ ਗੋਲੀਆਂ ਮਾਰੀਆਂ ਸੀ, ਮਾਈਕਲ ਓਡਾਇਰ ਨੇ ਹੁਕਮ ਦਿੱਤਾ ਸੀ। ਸ਼ਹੀਦ ਊਧਮ ਸਿੰਘ ਜੀ ਨੌਨ ਐਸ ਦਾ ਐਸੈਸੀਨੇਸ਼ਨ, ਇਹਦਾ ਮਤਲਬ ਹੁੰਦਾ ਕਤਲੇਆਮ, ਠੀਕ ਹੈ। ਸ਼ਹੀਦ ਊਧਮ ਸਿੰਘ ਨੇ ਜਿਹੜਾ ਕਤਲੇਆਮ ਹੋਇਆ ਸੀ 1919 ਦੇ ਵਿੱਚ, ਉਹਦੇ ਵਾਸਤੇ ਸਰ ਮਾਈਕਲ ਓਡਾਇਰ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਅਤੇ ਮਾਰਚ 1940 ਵਾਜ ਹੈ ਡਿਸਕ੍ਰਾਈਬ ਦਾ ਰਿਵੈਂਜ ਆਫ, ਇਹਨੇ ਜ਼ਿਲ੍ਹਿਆਂ ਬਾਗ ਦੀ ਘਟਨਾ ਦਾ ਬਦਲਾ ਲਿੱਤਾ ਸੀ। ਕਿਹਨੇ ਲਿੱਤਾ ਸੀ ਜ਼ਿਲ੍ਹਿਆਂ ਬਾਗ ਦੀ ਘਟਨਾ? ਸ਼ਹੀਦ ਊਧਮ ਸਿੰਘ ਨੇ। ਇਸ ਤੋਂ ਬਾਅਦ ਇਹ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ ਤੋਂ ਹੀ ਪ੍ਰਭਾਵਿਤ ਹੋ ਗਏ। ਰਵਿੰਦਰ ਨਾਥ ਟੈਗੋਰ ਨੇ ਆਪਣਾ ਨਾਈਟਹੁੱਡ ਦਾ ਅਵਾਰਡ ਸੀ ਜਿਹੜਾ ਬੱਚਿਓ, ਉਹ ਵਾਪਸ ਕਰਤਾ ਸੀ ਅੰਗਰੇਜ਼ ਸਰਕਾਰ ਨੂੰ। ਨਾਈਟਹੁੱਡ ਦੇ ਅਵਾਰਡ ਜਿਹੜੇ ਬੰਦੇ ਨੂੰ ਮਿਲ ਜਾਂਦਾ ਉਹਦੇ ਨਾਮ ਮੂਹਰੇ ਸਰ ਲੱਗਣ ਲੱਗ ਜਾਂਦਾ ਹੈ। ਜ਼ਿਲ੍ਹਿਆਂਵਾਲਾ ਬਾਗ ਮੇਡ ਬਾਏ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀ, ਜਿਹੜੇ ਜ਼ਿਲ੍ਹਿਆਂਵਾਲਾ ਬਾਗ ਸੀ, ਠੀਕ ਹੈ ਜੀ। ਗੁਰਦੁਆਰਾ ਰਿਫੋਰਮ ਮੂਵਮੈਂਟ, ਇਹ ਪ੍ਰਸ਼ਨ ਜ਼ਿਆਦਾ ਮਹੱਤਵਪੂਰਨ। ਗੁਰਦੁਆਰਾ ਸੁਧਾਰ ਕਮੇਟੀਆਂ ਸੀ, ਜਿਹੜੀਆਂ ਗੁਰਦੁਆਰਾ ਕਮੇਟੀਆਂ ਸੀ, ਇਹ ਕਿਦੋਂ ਬਣੀਆਂ ਸਨ? ਇਹ ਬਣੀਆਂ ਸੀ ਬੱਚੇ 1920 ਤੋਂ 1925 ਦੇ ਵਿੱਚ ਗੁਰਦੁਆਰਾ। ਇਹਦੇ ਵਿੱਚ ਕੀ ਸੀ ਕਿ ਸਿੱਖਾਂ ਨੇ ਆਪਣੇ ਗੁਰਦੁਆਰਿਆਂ 'ਤੇ ਆਪਣਾ ਕਬਜ਼ਾ ਕਰ ਲਿਆ ਸੀ, ਜਿਹਦੇ ਕਰਕੇ ਮਤਲਬ ਸਾਰੀ ਜਿਹੜੀ ਗੁਰੂ ਘਰ ਦੀ ਚਾਬੀ ਸੀ, ਅਤੇ ਇੱਕ ਚਾਬੀਆਂ ਵਾਲਾ ਮੋਰਚਾ ਵੀ ਹੋਇਆ ਸੀ, ਉਹ ਵੀ ਇਸੇ ਘਟਨਾ ਨੂੰ ਲੈ ਕੇ ਹੋਇਆ ਸੀ, ਓਕੇ ਜੀ। ਗੁਰਦੁਆਰਾ ਰਿਫੋਰਮ ਮੂਵਮੈਂਟ ਮਾਰਕੀਟ ਸਟਰਗਲ ਆਫ ਸਿਕਸ ਵੈਸਟ ਕੰਟਰੋਲ ਦੇਅਰ ਪਲੇਸ ਤੋਂ ਵਰਕਸ਼ਿਪ ਫੋਰ ਦਾ ਪ੍ਰਿਸਟਿਵ ਇਨ ਦ ਇੰਡੀਆ ਹੈਂਡ ਪਾਸਡ ਦਾ 18ਵੀਂ ਸੈਂਚੁਰੀ ਸਿੱਖ ਡਰਾਈਵਨ ਅਵੇ ਫਰੋਮ ਦਾ ਸੇਫਟੀ। ਹਾਂ ਜੀ, ਬਸ ਇਹੀ ਯਾਦ ਕਰ ਲਓ। ਤਾਂ ਇਹ ਸਿਰਫ ਯਾਦ ਕਰਨੀ ਚੀਜ਼ ਬੱਚਿਓ ਇਹ ਹੈ ਕਿ ਮੂਵਮੈਂਟ ਕਦੋਂ ਚੱਲੀ ਸੀ? ਗੁਰਦੁਆਰਾ ਸੁਧਾਰ ਐਕਟ ਕਦੋਂ ਹੋਇਆ ਸੀ? 1920 ਤੋਂ 1925 ਤੇ। ਇਸ ਤੋਂ ਬਾਅਦ ਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, SGPC, ਜਿਹੜੀ ਅੱਜ ਦੀ ਆਪਣੀ SGS ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤਾਂ ਇਹ ਅਕਾਲ ਤਖਤ ਅੰਮ੍ਰਿਤਸਰ 12 ਦਸੰਬਰ 1920 ਦੇ ਵਿੱਚ ਬਣੀ ਸੀ, ਠੀਕ ਹੈ। ਇਸ ਤੋਂ ਬਾਅਦ ਇਹਨੇ ਅਪੁਆਇੰਟਡ ਸਬ ਕਮੇਟੀ ਟੂ ਡਰਾਫਟ ਕਮੇਟੀ ਤੇ ਕੌਂਸਟੀਟਿਊਸ਼ਨ, ਠੀਕ ਹੈ ਜੀ। ਆਪਾਂ ਕਰਕੇ ਗਏ ਭਾਈ। ਇਹਦਾ ਪ੍ਰੈਜ਼ੀਡੈਂਟ ਕੌਣ ਬਣਾਇਆ ਸੀ? ਇਹਨਾਂ ਨੇ ਬਣਾਇਆ ਸੀ ਸਰਦਾਰ ਸੁੰਦਰ ਸਿੰਘ ਮਜੀਠੀਆ। ਵਾਈਸ ਪ੍ਰੈਜ਼ੀਡੈਂਟ ਕੌਣ ਸੀ ਬੱਚੇ? ਉਹਦਾ ਹਰਬੰਸ ਸਿੰਘ। ਅਤੇ ਸੈਕਟਰੀ ਕੌਣ ਸੀ? ਸੁੰਦਰ ਸਿੰਘ ਰਾਮਗੜੀਆ, ਓਕੇ ਜੀ। ਜਿਹੜੀ ਆਪਣੀ ਡਰਾਫਟ ਕਮੇਟੀ ਬਣਾਈ ਸੀ, ਜਿਹਦੀ ਗੱਲ ਕਰ ਰਿਹਾ ਮੈਂ ਆਪਣੀ, ਆਹ ਕੰਪਲੀਟ ਹੋ ਗਿਆ। ਇੱਥੇ ਜਿਹੜੀ ਡਰਾਫਟ ਕਮੇਟੀ ਬਣਾਈ ਸੀ ਕੌਂਸਟੀਟਿਊਸ਼ਨ ਦੀ, ਉਹਦਾ ਆਪਣਾ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਕੌਣ ਸੀ? ਉਹ ਹੈਗਾ ਸਰਦਾਰ ਸੁੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਹਰਬੰਸ ਸਿੰਘ। ਇਸ ਤੋਂ ਬਾਅਦ ਆ ਗਿਆ ਆਪਣਾ ਜਿਹੜੀ ਨਿਊ ਇਲੈਕਸ਼ਨ ਅੰਡਰ ਦਾ ਕੌਂਸਟੀਟਿਊਸ਼ਨ ਆਫ 1921 ਦੇ ਵਿੱਚ ਹੋਈ ਸੀ ਬੱਚਿਓ, ਗੁਰਦੁਆਰਾ ਐਕਟ ਨੂੰ ਲੈ ਕੇ ਹੋਈ ਸੀ, ਠੀਕ ਹੈ। ਇਹਦਾ ਇਲੈਕਟਡ ਕੌਣ ਸੀ? ਬਾਬਾ ਖੜਕ ਸਿੰਘ ਪ੍ਰਧਾਨ ਸੀ। ਗੁਰਦੁਆਰਾ ਸੁਧਾਰ ਕਮੇਟੀ ਜਿਹੜੀ ਬਣਾਈ ਸੀ, ਉਹਦਾ ਕੌਣ ਸੀ ਪ੍ਰਧਾਨ? ਖੜਕ ਸਿੰਘ। ਇਲੈਕਟਡ ਵਾਈਸ ਪ੍ਰੈਜ਼ੀਡੈਂਟ ਕੌਣ ਸੀ? ਕੈਪਟਨ ਰਾਮ ਸਿੰਘ, ਓਕੇ ਜੀ। ਇਲੈਕਟਡ ਸੈਕਟਰੀ ਕੌਣ ਸੀ? ਸਰਦਾਰ ਬਹਾਦਰ ਮਹਿਤਾਬ ਸਿੰਘ, ਠੀਕ ਹੈ ਜੀ। 1922 ਸਿੱਖ ਗੁਰਦੁਆਰਾ ਐਂਡ ਸ਼੍ਰੇਣੀ ਐਕਟ 1922 ਦੇ ਵਿੱਚ ਪਾਸ ਹੋਇਆ ਸੀ, ਠੀਕ ਹੈ। ਇਸ ਤੋਂ ਬਾਅਦ ਬੱਚੋ ਇੱਥੋਂ ਤੱਕ ਆਪਾਂ ਕਰਾਂਗੇ। ਇਸ ਤੋਂ ਬਾਅਦ ਆ ਗਿਆ ਸਿੱਖ ਗੁਰਦੁਆਰਾ ਐਕਟ। ਜਿਹੜਾ ਸਿੱਖ ਗੁਰਦੁਆਰਾ ਐਕਟ ਸੀ ਬੱਚੋ 1925 ਈਸਵੀ ਦੇ ਵਿੱਚ ਪਾਸ ਕੀਤਾ ਗਿਆ ਸੀ ਪ੍ਰੋਵੀਜ਼ਨ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 9 ਜੁਲਾਈ 1925 ਦੇ ਵਿੱਚ। ਇਹ ਮਤਲਬ ਬਸ ਸਿੱਧਾ ਯਾਦ ਕਰ ਲਓ ਸਿੱਖ ਗੁਰਦੁਆਰਾ ਐਕਟ ਕਿਦੋਂ ਪਾਸ ਹੋਇਆ ਸੀ? ਬਸ 1925 ਦੇ ਵਿੱਚ। ਬਸ ਇਹ ਚੀਜ਼ ਯਾਦ ਰੱਖਣੀ, ਹੋਰ ਤੁਸੀਂ ਕੁਛ ਨਹੀਂ ਯਾਦ ਰੱਖਣਾ। ਇਸ ਤੋਂ ਬਾਅਦ ਮੂਵਮੈਂਟਾਂ ਚਲਾਈਆਂ ਸੀ ਭਾਈ SGPC ਨੇ, ਕਿਉਂਕਿ ਇਹਨਾਂ ਦੇ ਅੰਗਰੇਜ਼ ਆਪਣਾ ਕਬਜ਼ਾ ਕਰੀ ਬੈਠੇ ਸੀ, ਠੀਕ ਹੈ। ਅੰਗਰੇਜ਼ ਕਬਜ਼ਾ ਕਰੀ ਬੈਠੇ ਸੀ, ਤਾਂ ਕਰਕੇ ਫਿਰ ਕਿਹੜੀਆਂ ਮੂਵਮੈਂਟਾਂ ਚੱਲੀਆਂ? ਮੂਵਮੈਂਟਾਂ ਦਾ ਯਾਦ ਕਰ ਲਓ ਕਿ SSC ਨੇ ਕਿਹੜੀਆਂ ਮੂਵਮੈਂਟਾਂ ਚਲਾਈਆਂ ਸੀ। ਸਭ ਤੋਂ ਪਹਿਲਾਂ ਚਲਾਇਆ ਸੀ ਗੁਰੂ ਕਾ ਬਾਗ ਮੋਰਚਾ। ਇਹ ਹੈਗਾ ਅੱਗੇ ਅਗਲੇ ਲੈਕਚਰ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਜੈਤੋ ਮੋਰਚਾ, ਸ਼ਹੀਦ ਭਗਤ ਸਿੰਘ ਖਟਕੜ ਕਲਾਂ ਇਨ ਪ੍ਰੈਜ਼ੈਂਟ SVS ਨਗਰ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਨੇ ਮਹਾਰਾਸ਼ਟਰਾ। ਇਹ ਸਾਰੀਆਂ ਵਿੱਚੋਂ ਮੂਵਮੈਂਟਾਂ ਚਲਾਈਆਂ ਸੀ ਕਿਹਨੇ? SGPC ਨਾਲ ਰਿਲੇਟਡ ਨੇ, ਠੀਕ ਹੈ। ਆਪ ਕੱਲ੍ਹ ਨੂੰ ਕਰਾਂਗੇ ਭਾਈ 1947 ਤੱਕ। ਆਹ ਤੁਸੀਂ ਜਿਹੜਾ ਵੀ ਲੈਕਚਰ ਅੱਜ ਆਪਾਂ ਲਾਇਆ ਹੈਗਾ, ਸਾਰੀਆਂ ਮਿਸਲਾਂ ਤੁਹਾਡੇ A to Z ਯਾਦ ਹੋਣੀਆਂ ਚਾਹੀਦੀਆਂ, ਠੀਕ ਹੈ। ਇੱਕ ਵਾਰੀ ਫਿਰ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ। ਆਹ ਮਿਸਲਾਂ ਆ ਗਈਆਂ ਆਪਣੀਆਂ, ਠੀਕ ਹੈ। ਨਾਮਧਾਰੀ ਮੂਵਮੈਂਟ ਹੋ ਗਈ, ਰਾਧਾ ਸੁਆਮੀ ਮੂਵਮੈਂਟ, ਸਿੰਘ ਸਭਾ ਮੂਵਮੈਂਟ, ਕਮਾਂਗਾ ਡਾਂਡੂ ਦੀ ਘਟਨਾ, ਗੁਰਦਿੱਤ ਸਿੰਘ ਸੀ ਦਾ ਹੈੱਡ, ਗਦਰ ਪਾਰਟੀ, ਲਾਲਾ ਹਰਦਿਆਲ ਸਿੰਘ,
ਸ਼ਹੀਦ ਊਧਮ ਸਿੰਘ ਜ਼ਿਲ੍ਹਿਆਂਵਾਲੇ ਬਾਗ ਗੁਰਦੁਆਰਾ ਰਿਫੋਰਮ ਐਕਟ ਕਦੋਂ ਆਇਆ ਸੀ, ਮੂਵਮੈਂਟ ਕਦੋਂ ਹੋਈ ਸੀ 1920 ਤੋਂ ਲੈ ਕੇ 1925 ਤੱਕ ਇਹ ਮੂਵਮੈਂਟ ਚੱਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਬਣ ਗਈ ਸੀ, ਠੀਕ ਹੈ ਜੀ। ਜਿਹੜਾ ਸੁਧਾਰ ਐਕਟ ਸੀ 1925 ਦੇ ਵਿੱਚ ਲਾਗੂ ਹੋਇਆ ਸੀ। ਆ ਜਿਹੜੀ ਆਪਣੀ ਪਹਿਲੀ ਡਰਾਫਟ ਕਮੇਟੀ ਸੀ ਉਹਦੀ ਗੱਲ ਕਰਦੀ। ਆ ਨਿਊ ਇਲੈਕਸ਼ਨ ਦੀ ਕਮੇਟੀ ਸੀ ਜਿਹੜੀ ਆਪਣੀ 1921 ਦੇ ਵਿੱਚ। ਆ ਜਿਹੜੇ ਪ੍ਰੈਜ਼ੀਡੈਂਟ ਸੀ ਭਾਈ ਗੁਰਦੁਆਰਾ ਸਿੱਖ ਐਕਟ ਕਦੋਂ ਹੋਇਆ ਸੀ, ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਹੋਇਆ ਸੀ। SGPC ਨੇ ਕਿਹੜੀਆਂ ਮੂਵਮੈਂਟਾਂ ਚਲਾਈਆਂ ਸੀ ਉਹਦੀ ਸਾਰੀ ਡਿਟੇਲ ਦੇ ਵਿੱਚ ਆ ਤੁਹਾਨੂੰ ਦਿੱਤੀਆਂ ਹੋਈਆਂ, ਠੀਕ ਹੈ ਜੀ। ਅਤੇ ਅੱਜ ਆਪਣਾ ਲੈਕਚਰ ਇੱਥੇ ਸਮਾਪਤ ਹੁੰਦਾ ਗਾ। ਕੱਲ੍ਹ ਨੂੰ ਆਪਾਂ ਇਹਦਾ ਅਗਲਾ ਲੈਕਚਰ ਲਾਵਾਂਗੇ। ਇਸ ਤੋਂ ਬਾਅਦ ਜਿੱਦਾਂ ਆਪਣਾ ਲੈਕਚਰ ਕੰਪਲੀਟ ਹੋ ਗਿਆ ਉਹਦੇ ਤੁਹਾਨੂੰ ਇੱਕ ਦਿਨ ਮੈਂ ਦੇਵਾਂਗਾ। ਉਸ ਤੋਂ ਬਾਅਦ ਆਪਾਂ ਇਹਦੇ 100 MCQ ਕਰਨੇ ਆ। ਉਹਦਾ PDF ਵੀ ਇਹਦੇ ਵਿੱਚ ਰਿਪੀਟ ਹੈਗਾ। ਅਤੇ ਤੁਹਾਨੂੰ ਭਾਈ PDF ਬੱਚੋ ਤੁਸੀਂ ਇੰਨੀ ਕਾਹਲੀ ਨਾ ਕਰਿਆ ਕਰੋ। PDF ਤੁਹਾਨੂੰ ਮਿਲ ਜੂਗਾ। PDF ਮੈਂ ਘਰੇ ਇਹ ਕੋਈ ਚਾਰ ਬਣਾ ਕੇ ਨਹੀਂ ਰੱਖਣਾ ਇਹਦਾ, ਇਹ ਤੁਹਾਨੂੰ ਹੀ ਦੇਣਾ PDF ਮੈਂ, ਠੀਕ ਹੈ ਨਾ। ਟੈਨਸ਼ਨ ਨਾ ਲਿਆ ਕਰੋ, ਤੁਸੀਂ ਸਿਰਫ ਸਟੱਡੀ ਤੱਕ ਮਤਲਬ ਰੱਖਿਆ ਕਰੋ। PDF ਤੁਹਾਨੂੰ ਮਿਲ ਜੂ। ਜਦੋਂ ਮੈਂ ਤੁਹਾਡੇ ਜਵਾਨੀ ਕਰਨੀ ਕਿ ਤੁਹਾਨੂੰ PDF ਦੇ ਦਿਆ ਕਰੂੰਗਾ। ਮੈਂ ਕੀ ਕਰਨੀ PDF, ਠੀਕ ਹੈ, ਤੁਹਾਡੇ ਵਾਸਤੇ ਬਣਾਉਣਾ, ਤੁਹਾਨੂੰ ਮਿਲ ਜਾਇਆ ਕਰਨਗੇ PDF, ਓਕੇ। ਅਤੇ ਇੱਕ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਠੀਕ ਹੈ, ਆਪਣੀ ਜ਼ਿੰਮੇਵਾਰੀ ਨਾਲ ਹੀ ਕਰ ਦਿਆ ਕਰੋ। ਅਤੇ ਇੱਕ ਲਾਈਕ ਕਰ ਦਿਓ, ਠੀਕ ਹੈ ਜੀ।